ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ। ਤਰੋ ਤਰਾਤ ਹਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿੰਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਵਤ ਤੁਮਾਰੀ, ਆਪ ਲਿਹੋ ਤੁਮ ਕਥਾ ਸਿਧਾਰੀ। ਮੂਕ ਉਚਰੈ ਛਾਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੇ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ, ਬੰਧੋ ਕਰ ਅਨਰਾਗ। ਏਕ ਓੰਕਾਰਾ ਸਤਿਗੁਰੂ, ਜਿਹੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਦੇਜ ਸਮੂਹ ਸੁਨ ਕਰ ਤਬਿਆਏ, ਦੇਖਤ ਨਮੋ ਕਰਹਿ ਸਿਰ ਨਿਆਏ। ਦੇਜ ਸਮੂਹ ਸੁਨ ਕਰ ਤਬਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਰਵ ਸ਼ਕਤੀਮਾਨ, ਕਰੋੜਾਂ ਖੰਡਾਂ ਬ੍ਰਹਮੰਡਾਂ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਏਮਾਨ। ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸ਼ਾਮਾਂ ਦੇ ਪਾਵਨ ਪਵਿੱਤਰ ਦੀਵਾਨਾਂ ਦੀਆਂ ਹਾਜ਼ਰੀਆਂ ਭਰਨ ਵਾਸਤੇ ਬੇਅੰਤ ਸੰਗਤਾਂ ਦੂਰੋਂ ਨੇੜਿਓਂ ਆਪਣੇ ਜੀਵਨ ਦਾ ਕੁਝ ਸਮਾਂ, ਜੀਵਨ 'ਚੋਂ ਕੁਝ ਸਵਾਸ ਸਫਲਿਆਂ ਕਰਨ ਵਾਸਤੇ
ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਰੱਬੀ ਬਾਣੀ ਦਾ ਜਾਪ ਕੀਰਤਨ, ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਜੋ ਜੋ ਗੁਰਮੁਖ ਰੂਹਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਪਹੁੰਚੀਆਂ, ਬਹੁਤ ਹੀ ਵੱਡੇ ਭਾਗਾਂ ਦੀ ਨਿਸ਼ਾਨੀ। ਕਿਉਂਕਿ ਜਾ ਕੋ ਭਏ ਕਿਰਪਾਲ ਪ੍ਰਭ, ਹਰ ਹਰ ਸਈ ਜਪਾਤ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ, ਭੇਟਤ ਸਾਧ ਸੰਗਾਤ। ਕੱਲ ਦੇ ਦੀਵਾਨਾਂ 'ਚ ਆਪ ਸੰਗਤਾਂ ਨੇ ਸਰਵਣ ਕੀਤਾ ਕਿ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ, ਦੁਸ਼ਟ ਦਮਨ ਦਸਵੇਂ ਪਾਤਸ਼ਾਹ, ਕਾਂਸੀ ਬਨਾਰਸ ਦੀ ਧਰਤੀ ਤੇ ਵਿਰਾਜਮਾਨ। ਆਲੇ ਦੁਆਲੇ ਪਿੰਡਾਂ ਦੀਆਂ ਸੰਗਤਾਂ, ਪੂਰੇ ਬਨਾਰਸ ਸ਼ਹਿਰ ਦੀਆਂ ਸੰਗਤਾਂ ਕਲਗੀਧਰ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਕੇ ਨਿਹਾਲੋ ਨਿਹਾਲ ਹੋ ਰਹੀਆਂ। ਅਨੇਕਾਂ ਪ੍ਰਕਾਰਾਂ ਦੀਆਂ ਭੇਟਾਵਾਂ ਸਤਿਗੁਰਾਂ ਦੇ ਚਰਨਾਂ 'ਚ ਰੱਖ ਕੇ ਦਰਸ਼ਨੀ ਭੇਟਾ ਅਰਪਣ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ। ਤੇ ਐਨੇ ਨੂੰ ਜੋ ਪੰਡਤ ਜੋ ਵੇਦਾਂ ਦਾ, ਗੀਤਾ ਇਤਿਹਾਸਕ ਗ੍ਰੰਥਾਂ ਦਾ ਅਧਿਐਨ ਕਰਨ ਵਾਸਤੇ, ਸੰਸਕ੍ਰਿਤ ਪੜ੍ਹਨ ਵਾਸਤੇ, ਜਾਂ ਜੋ ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕਰਕੇ ਵੱਡੇ ਵਿਦਵਾਨ ਬਣ ਚੁੱਕੇ ਸਨ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ, ਮਾਤਾ ਨਾਨਕੀ ਜੀ ਦੇ ਦਰਸ਼ਨ ਕੀਤੇ, ਮਾਤਾ ਗੁਜਰੀ ਜੀ ਦੇ ਦਰਸ਼ਨ ਦਿਦਾਰੇ ਕੀਤੇ। ਜਦੋਂ ਮਹਾਰਾਜ ਜੀ ਪਟਨਾ ਅਸਾਮ ਵੱਲ ਜਾ ਰਹੇ ਸਨ ਤੇ ਕਾਫੀ ਸਮਾਂ ਬਨਾਰਸ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਰਿਵਾਰ, ਸਿੱਖ ਸੇਵਕ ਸੇਵਾਦਾਰਾਂ ਦੇ ਸਮੇਤ ਠਹਿਰੇ ਸਨ। ਬਹੁਤ ਹੀ ਬਨਾਰਸ ਦੇ ਸਿੱਖਾਂ ਨੇ ਸਤਿਗੁਰਾਂ ਦੇ ਨਾਲ ਪਿਆਰ ਕੀਤਾ। ਜਿੱਦਾਂ ਜਿੱਦਾਂ ਸਤਿਗੁਰਾਂ ਨੇ ਤਿਆਰ ਹੋਣਾ ਅੱਗੇ ਜਾਣ ਵਾਸਤੇ, ਤੇ ਸਿੱਖ ਸੰਗਤਾਂ ਨੇ ਫਿਰ ਅਰਜ਼ੋਈ ਬੇਨਤੀ ਕਰਨੀ, ਮਹਾਰਾਜ ਜੀ ਥੋੜ੍ਹਾ ਜਿਹਾ ਸਮਾਂ ਆਪ ਜੀ ਹੋਰ ਸਾਡੇ ਨਗਰ ਦੇ ਵਿੱਚ ਠਹਿਰੋ। ਇਹ ਤਾਂ ਮਹਾਰਾਜ ਤੁਸੀਂ ਬੈਕੁੰਠ ਬਣਾਤਾ, ਇਹ ਤਾਂ ਸੱਚਖੰਡ ਬਣ ਗਿਆ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ ਹਨ, ਫਿਰ ਨਿਤਨੇਮ ਜਪਜੀ ਸਾਹਿਬ, ਸੁਖਮਨੀ ਸਾਹਿਬ ਜੀ ਦੇ ਜਾਪ ਹੁੰਦੇ ਹਨ। ਸ਼ਾਮਾਂ ਦੇ ਸਮੇਂ ਫਿਰ ਸੋਹਦਰ ਦੀ ਚੌਂਕੀ, ਸੋਹਦਰ ਰਹਿਰਾਸ ਸਾਹਿਬ ਜੀ ਦੇ ਜਾਪ, ਕਥਾ ਕੀਰਤਨ ਦਾ ਪ੍ਰਵਾਹ ਚੱਲਦਾ। ਫਿਰ ਆਪ ਜੀ ਮੁਬਾਰਕ ਰਸਨਾ ਤੋਂ ਸੰਗਤਾਂ ਨੂੰ ਉਪਦੇਸ਼ ਬਖਸ਼ਦੇ। ਆਪ ਜੀ ਰਹਿਮਤ ਕਰਕੇ ਕੁਝ ਸਮਾਂ ਹੋਰ ਠਹਿਰਨਾ ਕਰੋ। ਬਹੁਤ ਵਾਰੀ ਸੰਗਤਾਂ ਦੇ ਪ੍ਰੇਮ ਦੇ ਬੱਝੇ ਹੋਏ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਿਆਰ ਹੁੰਦੇ ਹੋਏ ਵੀ ਫਿਰ ਰੁਕ ਜਾਣਾ। ਤੇ ਹੁਣ ਜਦੋਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਿਬਜ਼ਾਦੇ ਪਟਨਾ ਸਾਹਿਬ ਤੋਂ ਚੱਲ ਕਰਕੇ ਮਾਤਾ ਜੀਆਂ ਦੇ ਸਮੇਤ, ਸਿੱਖ ਸੇਵਾਦਾਰਾਂ, ਰੱਥ ਤੇ ਪਾਲਕੀ ਦੇ ਸਮੇਤ ਬਨਾਰਸ ਦੀ ਧਰਤੀ ਤੇ ਪਹੁੰਚੇ ਹੋਏ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਸੰਗਤਾਂ ਦਰਸ਼ਨ ਦਿਦਾਰੇ ਕਰਦੀਆਂ। ਹੁਣ ਸਾਰੇ ਕਾਂਸੀ ਦੇ ਵਿੱਚ, ਬਨਾਰਸ ਦੇ ਵਿੱਚ, ਜਿਸ ਨੂੰ ਸ਼ਿਵ ਜੀ ਦਾ ਸ਼ਹਿਰ ਨਗਰ ਦੱਸਿਆ ਗਿਆ, ਤੇ ਹੁਣ ਬ੍ਰਾਹਮਣਾਂ ਨੂੰ ਵੀ ਪਤਾ ਲੱਗਾ ਜੋ ਗੰਗਾ ਦੇ ਕਿਨਾਰੇ ਪੋਥੀਆਂ ਪੜ੍ਹਦੇ ਸਨ। ਹੁਣ ਮਹਿਮਾ ਸੁਣੀ ਵੇ ਗੁਰੂ ਨਾਨਕ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੀ ਜੋਤ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਿਬਜ਼ਾਦੇ ਮਾਤਾ ਜੀਆਂ ਦੇ ਸਮੇਤ ਨਗਰ ਦੇ ਵਿੱਚ ਪਹੁੰਚੇ। ਸਾਰੇ ਪੰਡਤ ਵਿਦਵਾਨ ਇਕੱਤਰ ਹੋਏ ਤੇ ਬਾਲ ਗੋਬਿੰਦ ਰਾਏ ਮਹਾਰਾਜ ਦੇ ਚਰਨਾਂ 'ਚ ਪਹੁੰਚਦੇ ਹਨ ਤੇ ਕੀ ਬੇਨਤੀ ਕਰਦੇ ਹਨ। ਦਿਜ ਸਮੂਹ ਸੁਨ ਕਰਤਬ ਆਏ। ਹੁਣ ਜਦੋਂ ਸਾਰੇ ਪੰਡਤਾਂ ਨੇ, ਦਿਜ ਕਹਿੰਦੇ ਹਨ ਬ੍ਰਾਹਮਣਾਂ ਨੂੰ, ਵਿਦਿਆ ਪੜ੍ਹਨ ਵਾਲੇ ਨੂੰ, ਜਾਂ ਜਿਨ੍ਹਾਂ ਨੇ ਵਿਦਿਆ ਪੜ੍ਹ ਲਈ ਹੈ, ਜਿੱਦਾਂ ਜਿੱਦਾਂ ਉਹਨਾਂ ਨੂੰ ਪਤਾ ਲੱਗਾ ਉਹ ਸਾਰੇ ਆਪਣੀ ਪੂਜਾ ਪ੍ਰਤਿਸ਼ਠਾ ਮੰਦਰ ਛੱਡ ਕੇ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਏ। ਦੇਖਤ ਨਮੋ ਕਰਹਿ ਸਿਰ ਨਿਆਏ। ਬਸ ਦੇਖਦਿਆਂ ਹੀ ਡੰਡੌਤ ਬੰਦਨਾ ਕਰਕੇ ਬਾਲਾ ਪ੍ਰੀਤਮ ਮਹਾਰਾਜ ਦੇ ਚਰਨ ਪਕੜ ਲਏ। ਸਾਰੀਆਂ ਸੰਗਤਾਂ ਦੇਖਦੀਆਂ ਬਨਾਰਸ ਦੀਆਂ
ਵੇ ਅਸੀਂ ਪੰਡਤਾਂ ਦੇ ਅੱਗੇ ਨਮਸਕਾਰ ਕਰਦੇ ਹਾਂ ਤੇ ਇਹਨਾਂ ਦਾ ਸਤਿਕਾਰ ਕਰਦੇ ਹਾਂ। ਇਹ ਧਾਰਮਿਕ ਵਿੱਦਿਆ ਇਹਨਾਂ ਨੇ ਪੜ੍ਹੀ ਹੈ। ਇਹ ਸਾਰੇ ਵੱਡੇ ਛੋਟੇ ਜਿੰਨੇ ਪੰਡਤ ਵਿਦਵਾਨ ਵੱਡੇ ਵੱਡੇ ਗੰਧਰਵ ਇਹ ਵੀ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਮਹਾਰਾਜ ਦੇ ਚਰਨਾਂ 'ਚ ਲੰਮੇ ਪਾ ਕੇ ਡੰਡੌਤ ਕਰ ਰਹੇ ਹਨ, ਹੱਥ ਜੋੜ ਰਹੇ ਹਨ, ਬੇਨਤੀਆਂ ਕਰ ਰਹੇ ਹਨ। ਦੇਖ ਕੇ ਬੜੇ ਹੈਰਾਨ ਹੋਏ। ਬੈਠੇ ਸਭ ਸਮੀਪ ਹਰ ਖਾਏ। ਹੁਣ ਬਾਲਾ ਪ੍ਰੀਤਮ ਧੰਨ ਗੋਬਿੰਦ ਰਾਏ ਮਹਾਰਾਜ ਜੀ ਬੜੇ ਖੁਸ਼ ਹੋਏ, ਸੰਗਤਾਂ ਵੀ ਬਹੁਤ ਖੁਸ਼ ਹੋਈਆਂ। ਕਹੈ ਪ੍ਰਥਮ ਤੁਮਰੇ ਪਿਤੇ ਆਏ। ਹੁਣ ਜਦੋਂ ਪੰਡਤਾਂ ਨੂੰ ਰਾਜੀ ਖੁਸ਼ੀ ਪੁੱਛਿਆ ਨਾ ਬਾਲਾ ਪ੍ਰੀਤਮ ਚੋਜੀ ਪ੍ਰੀਤਮ ਨੇ, ਹੁਣ ਪੰਡਤ ਦੱਸ ਰਹੇ ਆ ਮਹਾਰਾਜ ਜੀ ਜਦੋਂ ਆਪ ਜੀ ਦੇ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਸਾਮ ਪਟਨਾ ਤਰਵੈਣੀ ਵੱਲ ਜਾਂਦੇ ਜਾਂਦੇ ਇਸ ਸ਼ਹਿਰ 'ਚ ਰੁਕੇ ਸਨ, ਉਦੋਂ ਕਰੇ ਪ੍ਰੋਹਤ ਤੀਰਥ ਕੀਰੇ। ਉਹਨਾਂ ਨੇ ਸਾਨੂੰ ਬਹੁਤ ਦੱਖਣਾ ਤੇ ਬਹੁਤ ਸਾਨੂੰ ਧਨ ਬੜੇ ਵਸਤਰ ਤੇ ਸਾਡੀਆਂ ਝੋਲੀਆਂ ਭਰ ਦਿੱਤੀਆਂ ਸਨ। ਪੰਡਤ ਇਸ ਤਰ੍ਹਾਂ ਬਾਲਾ ਪ੍ਰੀਤਮ ਨੂੰ ਕਹਿਣ ਲੱਗੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਦਾਰ ਚਿੱਤ ਵਾਲਾ ਸੁਭਾਅ ਦੱਸ ਰਹੇ ਤੇ ਸਿਫਤ ਸਲਾਹ ਕਰ ਰਹੇ ਹਨ। ਦਿਓ ਦਾਨ ਹਮਕੋ ਬਹੁਤ ਤੇਰੇ। ਗਰੀਬ ਨਵਾਜ ਜੀ ਆਪ ਜੀ ਦੇ ਪਿਤਾ ਨੇ ਨਾ ਸਾਡੀਆਂ ਝੋਲੀਆਂ ਭਰਤੀਆਂ, ਐਨੇ ਕੁ ਪਦਾਰਥ ਸਾਨੂੰ ਦੇ ਦਿੱਤੇ ਕਿ ਅਸੀਂ ਬਹੁਤ ਖੁਸ਼ ਹੋਏ ਸੀ। ਕਰਤ ਪ੍ਰਤੀ ਖਨ ਰਹਿ ਸਦਾਈ। ਕਹਿੰਦੇ ਉਦੋਂ ਤੋਂ ਹੀ ਜਦੋਂ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਗੇ ਲੰਘ ਗਏ ਸੀ, ਸਾਨੂੰ ਪਤਾ ਸੀ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਾਪਸ ਆਉਣਾ। ਚਲੋ ਆਪ ਤਾਂ ਸਤਿਗੁਰੂ ਜੀ ਨਹੀਂ ਆਏ, ਪਰ ਆਪ ਜੀ ਦੇ ਦਰਸ਼ਨਾਂ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨ ਹੋ ਰਹੇ ਹਨ। ਆਪ ਜੀ ਦੇ ਵਿੱਚ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿੱਚ ਕੋਈ ਅੰਤਰ ਨਹੀਂ। ਸਾਡੇ ਵੱਡੇ ਭਾਗ ਅਸੀਂ ਉਦੋਂ ਤੋਂ ਹੀ ਉਡੀਕ ਰਹੇ ਸੀ ਵੀ ਸਤਿਗੁਰਾਂ ਦਾ ਪਰਿਵਾਰ ਤੇ ਸਤਿਗੁਰੂ ਜੀ ਆਪ ਦਰਸ਼ਨ ਦਿਦਾਰੇ ਦੇਣਗੇ। ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੁੰਦਰ ਸਰੂਪ ਹੋਣਹਾਰ ਬਾਲਕ, ਉਹਨਾਂ ਦੇ ਰੂਪ 'ਚ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਦਿਦਾਰੇ ਅਸੀਂ ਕਰ ਰਹੇ ਹਾਂ। ਗੁਰੂ ਬੰਸ ਆਵੇ ਧਨ ਪਾਈ। ਕਹਿੰਦੇ ਵੀ ਇੱਕੋ ਹੀ ਮਨਸਾ ਸੀ ਮਹਾਰਾਜ ਜੀ ਸਾਡੀ, ਵੀ ਜਿਸ ਤਰ੍ਹਾਂ ਸਾਡੀਆਂ ਝੋਲੀਆਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਭਰ ਦਿੱਤੀਆਂ ਸੀ, ਧਨ ਦੌਲਤ ਆਟਾ ਦਾਲ ਖੰਡ ਘਿਓ ਬੇਅੰਤ ਮਾਇਆ ਸਾਨੂੰ ਦਿੱਤੀ ਸੀ। ਅਸੀਂ ਇਸ ਕਰਕੇ ਉਡੀਕ ਰਹੇ ਸੀ, ਨਾਲੇ ਦਰਸ਼ਨ ਦਿਦਾਰੇ ਕਰਾਂਗੇ, ਨਾਲੇ ਬਹੁਤਾ ਧਨ ਪਦਾਰਥ ਪ੍ਰਾਪਤ ਹੋਵੇਗਾ ਸਾਨੂੰ। ਜਿਸ ਤੇ ਤ੍ਰਿਪਤ ਹੋਏ ਹਮ ਰਹਿ। ਮਹਾਰਾਜ ਜੀ ਪੂਰੀ ਜ਼ਿੰਦਗੀ ਦੇ ਵਿੱਚ ਐਨਾ ਦਾਨ ਕਿਸੇ ਨੇ ਨਹੀਂ ਦਿੱਤਾ, ਅਸੀਂ ਕਦੇ ਵੀ ਤ੍ਰਿਪਤ ਨਹੀਂ ਸੀ ਹੋਏ। ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਤੇ ਸਤਿਗੁਰਾਂ ਦੇ ਹਸਤ ਕਮਲਾ ਤੋਂ ਇਹ ਪਦਾਰਥ ਲੈ ਕਰਕੇ ਅਸੀਂ ਬਹੁਤ ਆਨੰਦਿਤ ਹੋਏ ਸੀ। ਅਪਰਨ ਤੇ ਨਹਿ ਜਾ ਚੱਲ ਹੈ। ਮਹਾਰਾਜ ਜੀ ਅਸੀਂ ਹੋਰ ਕਿਸੇ ਦਰ ਦੀ ਆਸੇ ਨਹੀਂ ਰੱਖੀ, ਨਾ ਕਿਸੇ ਰਾਜੇ ਕੋਲੋਂ, ਨਾ ਬਨਾਸ ਦੇ ਵੱਡੇ ਵੱਡੇ ਅਮੀਰਾਂ ਦੇ ਕੋਲੋਂ। ਸਾਡੇ ਕੋਲ ਕੇਵਲ ਤੇ ਕੇਵਲ ਇੱਕੋ ਆਸ ਸੀ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀ, ਤੇ ਇਹ ਅਕਾਲ ਪੁਰਖ ਪਰਮਾਤਮਾ ਨੇ ਸਾਡੀ ਬੇਨਤੀ ਅਰਜ਼ੋਈ ਪ੍ਰਵਾਨ ਕਰ ਲਈ, ਜੋ ਆਪ ਜੀ ਨੇ ਆ ਕੇ ਸਾਨੂੰ ਦਰਸ਼ਨ ਦਿਦਾਰੇ ਬਖਸ਼ੇ ਹਨ। ਜਗਤ ਸ਼੍ਰੋਮਣ ਪੂਜ ਸਭਨ ਕੇ। ਮਹਾਰਾਜ ਜੀ ਸਾਡੇ ਵਾਸਤੇ ਪੂਰੇ ਸੰਸਾਰ ਵਾਸਤੇ ਇਹ ਸਾਰੇ ਜਗਤ ਦੇ ਸ਼੍ਰੋਮਣੀ ਗੁਰੂ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀ। ਆਪ ਜੀ ਦੇ ਪਿਤਾ ਤੇ ਆਪ ਜੀ ਪੂਰੇ ਸੰਸਾਰ 'ਚੋਂ ਸ਼੍ਰੋਮਣੀ ਹੈ, ਅਕਾਲ ਪੁਰਖ ਪਰਮਾਤਮਾ ਦਾ ਸਰਗੁਣ ਸਰੂਪ। ਸਮਸਰ ਕਹੂ ਨ ਜਾਣੈ ਜਿਨ ਕੇ। ਕਹਿੰਦੇ ਆਪ ਜੀ ਦੇ ਬਰਾਬਰ ਹੋਰ ਕੋਈ ਸਾਨੂੰ ਦਿਸਦਾ ਹੀ ਨਹੀਂ। ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਦੇ ਜੇ ਗੁਣ ਸਾਰੇ ਦੇਖੇ ਜਾਂਦੇ ਹੈ, ਜੋ ਅਸੀਂ ਰਿਗ ਵੇਦ 'ਚ ਪੜ੍ਹੇ, ਜੋ ਜੁਜਰ ਵੇਦ 'ਚ ਪੜ੍ਹੇ, ਜੋ ਅਥਰਵਣ ਵੇਦ 'ਚ ਪੜ੍ਹੇ, ਜੋ ਸਾਮ ਵੇਦ ਦੇ ਵਿੱਚ ਪੜ੍ਹੇ, ਜੋ ਪੁਰਾਣ ਤੇ ਕੁਰਾਨਾਂ 'ਚ ਪੜ੍ਹੇ, ਜੋ ਬ੍ਰਹਮ ਵਿਦਿਆ ਗ੍ਰੰਥਾਂ 'ਚੋਂ ਪੜ੍ਹੇ, ਉਹ ਕੇਵਲ ਤੇ ਕੇਵਲ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਵਿੱਚ ਇਹ ਰੱਬੀ ਗੁਣ ਦੇਖੇ ਗਏ ਆ।
ਹੋਰ ਕਿਸੇ ਦੇ ਜੀਵਨ ਦੇ ਵਿੱਚ ਐਸੇ ਗੁਣ ਅਸੀਂ ਦੇਖੇ ਹੀ ਨਹੀਂ ਜੋ ਗ੍ਰੰਥਾਂ ਦੇ ਵਿੱਚ ਅੰਕਿਤ ਕੀਤੇ ਹੋਏ ਹੋਣ। ਇਸ ਕਰਕੇ ਮਹਾਰਾਜ ਜੀ ਸਾਨੂੰ ਤਾਂ ਕੇਵਲ ਤੇ ਕੇਵਲ ਆਪ ਜੀ ਦੇ ਦਰ ਦਾ ਤੇ ਆਪ ਜੀ ਦੇ ਚਰਨਾਂ ਦਾ ਹੀ ਆਸਰਾ ਹੈ। ਜਾਂ ਤੇ ਹਮ ਵੀ ਤਨ ਕਹਾਵੈ। ਜਿੱਥੇ ਮਹਾਰਾਜ ਜੀ ਆਪ ਸਰਗੁਣ ਸਰੂਪ ਤੇ ਸੰਸਾਰ ਨੂੰ ਤਾਰਨ ਵਾਸਤੇ ਆਏ ਹੋ, ਉੱਥੇ ਅਸੀਂ ਆਪ ਜੀ ਦੇ ਸਿੱਖ ਹੋਣ ਦੇ ਨਾਤੇ ਤੇ ਆਪ ਜੀ ਦੇ ਦਰ ਤੋਂ ਇਹ ਭੀਖ ਦੀ ਤਰ੍ਹਾਂ ਇਹ ਸਾਰੇ ਪਦਾਰਥ ਮੰਗਣ ਦੇ ਨਾਤੇ ਮਹਾਰਾਜ ਜੀ ਅਸੀਂ ਵੀ ਆਪਣੇ ਆਪ ਨੂੰ ਬਹੁਤ ਵੱਡੇ ਭਾਗਾਂ ਵਾਲੇ ਤੇ ਧਨ ਅਖਵਾਉਂਦੇ ਹਾਂ। ਦਰਸ਼ਨ ਕਰਹਿ ਦਰਬ ਕੋ ਪਾਵੈ। ਸਾਡੇ ਤਾਂ ਇਹੀ ਮਨਸਾ ਸੀ ਵੀ ਜਿੱਥੇ ਦਰਸ਼ਨ ਦਿਦਾਰੇ ਕਰਕੇ ਸਾਡਾ ਲੋਕ ਪਰਲੋਕ ਸਵਾਰਿਆ ਗਿਆ, ਉੱਥੇ ਮੂੰਹ ਮੰਗਿਆ ਧਨ ਵੀ ਕੇਵਲ ਤੇ ਕੇਵਲ ਗੁਰੂ ਨਾਨਕ ਮਹਾਰਾਜ ਦੇ ਘਰ ਚੋਂ ਹੀ ਸਾਨੂੰ ਪ੍ਰਾਪਤ ਹੋ ਸਕਦਾ। ਕਿਉਂਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵੈ ਮੇਰੇ ਮਨਾ। ਸੁਨ ਬਿਰਤਾਂਤ ਕੋ ਤਬ ਮਸਕਾਏ। ਹੁਣ ਗਰੀਬ ਨਵਾਜ ਬਾਲਾ ਪ੍ਰੀਤਮ ਨੇ ਜਾਂਚ ਲਿਆ, ਪੰਡਤ ਵਿਦਵਾਨਾਂ ਦੀ ਦਿਲ ਦੀ ਗੱਲ ਜਾਣ ਲਈ ਤੇ ਮੁਸਕਰਾਏ। ਦਿਲ ਦੇ ਵਿੱਚ ਕੀ ਸੀ ਵੀ ਇਹ ਦੇਖ ਕੇ ਹਕੀਕਤ ਦੇ ਵਿੱਚ ਵੀ ਵਡਿਆਈ ਕਰ ਰਹੇ ਆ, ਪਰ ਜ਼ਿਆਦੇ ਇਹਨਾਂ ਦੀ ਮਨਸ਼ਾ ਇਹ ਹੈ ਵੀ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਵਾਂਗੂ ਅਸੀਂ ਵੀ ਇਹਨਾਂ ਨੂੰ ਬਹੁਤਾ ਧਨ ਦਈਏ, ਇਹਨਾਂ ਨੂੰ ਵਸਤਰ ਦਈਏ, ਜੋ ਜੋ ਇਹਨਾਂ ਨੂੰ ਚਾਹੀਦਾ ਸਭ ਕੁਝ ਇਹਨਾਂ ਨੂੰ ਦੇ ਦੇਣਾ ਕਰੀਏ। ਬਾਲਾ ਪ੍ਰੀਤਮ ਨੇ ਪੰਡਤ ਵਿਦਵਾਨਾਂ ਦੀ ਮਨ ਦੀ ਗੱਲ ਨੂੰ ਜਾਣ ਕੇ ਫਿਰ ਮੁਸਕਰਾਉਣਾ ਕੀਤਾ। ਕਹਾਂ ਜਾਚ ਤੇ ਦੇਹੋ ਬਤਾਏ। ਗਰੀਬ ਨਵਾਜ ਜੀ ਕਹਿੰਦੇ ਵੀ ਪੰਡਤੋ ਵੀ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ। ਜੇ ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕੋਈ ਤੋਟ ਨਹੀਂ ਰਹਿਣ ਦਿੱਤੀ, ਸਭ ਕੁਝ ਤੁਹਾਡੀ ਝੋਲੀ 'ਚ ਪਾ ਦਿੱਤਾ, ਤੇ ਅਸੀਂ ਵੀ ਤੁਹਾਡਾ ਮਨ ਖੁਸ਼ ਕਰਾਂਗੇ, ਜੋ ਤੁਹਾਨੂੰ ਚਾਹੀਦਾ ਉਹ ਤੁਹਾਨੂੰ ਦੇਣਾ ਕਰਾਂਗੇ, ਚਿੰਤਾ ਨਾ ਕਰੋ ਭਾਈ। ਜੋ ਤੁਮ ਲੈਬੋ ਹੋਏ ਸੋ ਕਹੀਐ। ਕਹਿੰਦੇ ਦੱਸੋ ਤੁਹਾਨੂੰ ਕੀ ਕੀ ਚਾਹੀਦਾ। ਜਿੱਥੇ ਤੁਸੀਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰਦੇ ਆ, ਤੇ ਜੋ ਜੋ ਤੁਹਾਨੂੰ ਚਾਹੀਦਾ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਪਿਤਾ ਦੇ ਨਾਂ ਤੇ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਹੋਣ ਦੇ ਨਾਤੇ, ਅਕਾਲ ਪੁਰਖ ਪਰਮਾਤਮਾ ਦਾ ਦਰ ਘਰ ਹੋਣ ਦੇ ਨਾਤੇ ਇਹ ਸਾਰੇ ਪਦਾਰਥ ਆਪ ਸੰਗਤਾਂ ਵੱਲੋਂ ਹੀ ਸਾਨੂੰ ਭੇਟਾ ਹੁੰਦੇ ਹਨ। ਇਹ ਤਾਂ ਖਾਵ ਹੈ ਖਰਚੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਦੋ ਜਾਈ। ਪੰਡਤ ਵਿਦਵਾਨਾਂ ਨੇ ਦੇਖਿਆ ਵੱਡੇ ਵੱਡੇ ਅੰਬਾਰ ਲੱਗੇ ਹੋ ਵਸਤਰਾਂ ਦੇ, ਮਾਇਆ ਦੇ ਵੱਡੇ ਵੱਡੇ ਢੇਰ ਲੱਗੇ ਹੋ। ਮਨ ਦੇ ਵਿੱਚ ਮਨਸਾ ਸੀ ਵੇ ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੀਆਂ ਝੋਲੀਆਂ ਭਰ ਦੇਣਗੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਾਂਗੂ ਹੀ। ਨਹਿ ਪ੍ਰਵਾਹ ਗੁਰੂ ਕਰ ਲਹੀਐ। ਕਹਿੰਦੇ ਇਹ ਗੁਰੂ ਨਾਨਕ ਦਾ ਘਰ ਹੈ, ਇਹ ਪਰਮਾਤਮਾ ਪਰਮੇਸ਼ਰ ਦਾ ਦਰ ਹੈ। ਪੰਡਤ ਵਿਦਵਾਨੋ, ਜੋ ਕੁਝ ਤੁਹਾਨੂੰ ਚਾਹੀਦਾ ਸਭ ਕੁਝ ਮਿਲੂਗਾ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਿਕਰ ਨਾ ਕਰੋ। ਸ਼ਿਵ ਕੀ ਪੁਰੀ ਸੁਬਾਸ ਤੁਮਾਰਾ। ਕਿਉਂਕਿ ਇਹ ਜੋ ਕਾਂਸ਼ੀ ਹੈ ਬ੍ਰਹਮ ਵਿਦਿਆ ਦਾ ਕੇਂਦਰ ਹੈ, ਸ਼ਿਵ ਦੀ ਨਗਰੀ ਇਸ ਨੂੰ ਸੰਸਾਰ ਦੇ ਵਿੱਚ ਜਾਣਿਆ ਜਾਂਦਾ ਹੈ, ਤੇ ਇੱਥੇ ਤੁਸੀਂ ਰਹਿ ਰਹੇ ਹੋ, ਬ੍ਰਹਮ ਵਿਦਿਆ ਨੂੰ ਪੜ੍ਹਨ ਵਾਸਤੇ ਆਏ ਹੋ। ਸ਼ਾਸਤਰਨ ਕੀ ਵਿਦਿਆ ਸੋ ਉਧਾਰਾ। ਹੁਣ ਜਿੰਨੇ ਧਾਰਮਿਕ ਸ਼ਾਸਤਰ ਹੈ ਸਾਰਿਆਂ ਦੀ ਤੁਸੀਂ ਵਿਦਿਆ ਪੜ੍ਹੀ ਹੈ ਲੰਮਾ ਸਮਾਂ ਲਗਾ ਕਰਕੇ। ਸੁਨ ਦਿਜ ਵਿਦਿਆਵਾਨ ਬਖਾਨੈ। ਤੇ ਇਸ ਕਰਕੇ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਖਣਾ ਕੀਤਾ ਕਿ ਦੱਸੋ ਤੁਹਾਨੂੰ ਕੀ ਚਾਹੀਦਾ, ਉਹਨਾਂ ਦਾ ਜੋ ਸਿਰਮੌਰ ਮੋਹਰੀ ਸੀ ਵੱਡਾ ਵਿਦਵਾਨ ਜੋ ਗੰਧਰਵ ਸੀ, ਜਿਹਨੂੰ ਵੇਦ ਕੰਠਸਥ ਸਨ, ਬਹੁਤ ਵੱਡਾ ਗਿਆਨੀ ਸੀ, ਉਸ ਨੇ ਖੜੋ ਕਰਕੇ ਹੱਥ ਜੋੜੇ ਤੇ ਬੋਲਣਾ ਕੀਤਾ ਬਾਲਾ ਪ੍ਰੀਤਮ ਦੇ ਸਨਮੁਖ। ਹਮੈ ਦੇਹੋ ਸਰਬੰਸ ਮਹਾਨੈ। ਸਰਬੰਸ ਦਾ ਅਰਥ ਹੁੰਦਾ ਵੀ ਜੋ ਕੁਛ ਹੈਗਾ ਸਭ ਕੁਛ ਦੇ ਦੇਣਾ। ਸਰਬੰਸ ਦਾ ਅਰਥ ਹੁੰਦਾ ਵੀ ਘਰ ਦੇ ਵਿੱਚ ਜੋ ਜੋ ਚਾਹੀਦਾ, ਜਿਸ ਤਰ੍ਹਾਂ
ਭਗਤ ਧੰਨਾ ਜੀ ਨੇ ਪ੍ਰਮਾਤਮਾ ਤੋਂ ਮੰਗਿਆ। ਇਸੇ ਤਰ੍ਹਾਂ ਇਹ ਵੱਡੇ ਵਿਦਵਾਨ ਨੇ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਝੋਲੀ ਅੱਡ ਕੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਜੋ ਘਰ-ਵਾਰ ਦੇ ਵਿੱਚ ਜਿਸ ਜਿਸ ਚੀਜ਼ ਦੀ ਜ਼ਰੂਰਤ ਹੈ, ਰਸਤਾਂ ਵਸਤਾਂ ਦੀ ਵੀ ਜ਼ਰੂਰਤ ਹੈ ਮਹਾਰਾਜ, ਤੇ ਵਸਤਰਾਂ ਦੀ ਵੀ ਜ਼ਰੂਰਤ ਹੈ, ਧਨ ਦੌਲਤ ਦੀ ਵੀ ਮਹਾਰਾਜ ਜੀ ਜ਼ਰੂਰਤ ਹੈ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਵਾਸਤੇ ਰਥ ਇਤ ਆਦਿਕ ਤੇ ਬੈਲ ਗੱਡਿਆਂ ਦੀ ਵੀ ਜ਼ਰੂਰਤ ਹੈ। ਭਾਵ ਜੋ ਮਹਾਰਾਜ ਜੀ ਦੇ ਕੋਲ ਸੀ ਸਭ ਕੁਝ ਦੇਖ ਕੇ ਮਨ ਦੇ ਵਿੱਚ ਐਸਾ ਫੁਰਨਾ ਆ ਗਿਆ ਬੇ ਬਾਲਾ ਪ੍ਰੀਤਮ ਜੋ ਚਰਨਾਂ 'ਚ ਮੰਗਾਂਗੇ ਸਭ ਕੁਝ ਮਿਲ ਜਾਵੇਗਾ, ਹੋਵੇ ਨਾ ਬੇ ਸਭ ਕੁਝ ਮੰਗ ਲਈਏ, ਫਿਰ ਆਪਸ ਵਿੱਚ ਆਪਾਂ ਵੰਡ ਲਵਾਂਗੇ। ਇਹ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਵਿੱਚ ਤਾਂ ਕੋਈ ਤੋਟ ਨਹੀਂ, ਕਿਤੇ ਅਨੇਕਾਂ ਹੀ ਭੇਟਾਵਾਂ ਦੇਣ ਵਾਲੇ ਹੋਰ ਬੇਅੰਤ ਸਿੱਖ ਸੰਗਤ ਹਨ, ਬੇਅੰਤ ਪ੍ਰੇਮੀ ਹਨ। ਦੇਵ ਜੋਗ ਆਗਮਨ ਤੁਮਾਰਾ। ਮਹਾਰਾਜ ਜੀ ਇਹ ਤਾਂ ਕਿਤੇ ਸਮਾਂ ਬਣਿਆ ਦੇਵਨੇਤ ਕੁਦਰਤੀ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਆਪ ਜੀ ਦਾ ਆਗਮਨ, ਆਪ ਜੀ ਦੇ ਚਰਨ ਪਵਾਏ। ਇਹ ਸਾਡੇ ਹੀ ਭਲੇ ਵਾਸਤੇ ਕਾਂਸ਼ੀ ਦੇ ਵਿੱਚ ਅਸੀਂ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ ਗਰੀਬ ਨਵਾਜ਼ ਜੀ। ਜਾਂ ਤੇ ਜਚ ਹੈ ਦਾਨ ਉਧਾਰਾ। ਤੇ ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਦਾਨ ਦੇ ਰੂਪ ਦੇ ਵਿੱਚ ਸਭ ਕੁਝ ਮੰਗ ਰਹੇ ਹਾਂ, ਕਿਉਂਕਿ ਆਪ ਜੀ ਉਦਾਰ ਚਿੱਤ ਹੋ। ਆਪ ਜੀ ਕਿਸੇ ਨੂੰ ਖਾਲੀ ਨਹੀਂ ਮੋੜਦੇ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੈ। ਤਬ ਸਤਿਗੁਰ ਬਾਣੀ ਤਿਮ ਮਾਨੀ। ਹੁਣ ਬਾਲਾ ਪ੍ਰੀਤਮ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸੇ ਤਰ੍ਹਾਂ ਮੰਨ ਲੈਣਾ ਕੀਤਾ ਵੀ ਠੀਕ ਹੈ ਬੇ ਪੰਡਤ ਵਿਦਵਾਨ ਜੀ, ਜੇ ਤੁਸੀਂ ਖੁਸ਼ ਹੋ ਤੇ ਤੁਸੀਂ ਬ੍ਰਹਮ ਦੀ ਵਿਦਿਆ ਪੜ੍ਹਦੇ ਹੋ, ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦੇ ਹੋ, ਫਿਰ ਅੱਗੇ ਪੜ੍ਹਾਉਂਦੇ ਹੋ, ਤੇ ਇਸ ਕਰਕੇ ਜੋ ਕੁਝ ਤੁਸੀਂ ਮੰਗਿਆ ਸਭ ਕੁਝ ਤੁਹਾਨੂੰ ਮਿਲ ਜਾਵੇਗਾ। ਦੇ ਸਰਬੰਸ ਜੋ ਵਸਤ ਮਹਾਨੀ। ਕਹਿੰਦੇ ਜੋ ਜੋ ਵਸਤੂ ਚਾਹੀਦੀ ਹੈ ਨਾ ਬਸ ਉਹ ਵਸਤੂ ਪ੍ਰਾਪਤ ਕਰ ਲਓ, ਬਸ ਹੱਥ ਰੱਖ ਦਿਓ ਵੀ ਆਹ ਚੀਜ਼ ਚਾਹੀਦੀ, ਆਹ ਚੀਜ਼ ਚਾਹੀਦੀ ਹੈ। ਸਭ ਕੁਝ ਬਾਲਾ ਪ੍ਰੀਤਮ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੇ ਦੇਣਾ ਕੀਤਾ। ਸੁਨਤ ਮੋਦ ਵਿਪਰਨ ਕੇ ਹੋਵਾ। ਹੁਣ ਇਹ ਪੰਡਤ ਵਿਦਵਾਨ ਐਨੇ ਕੁ ਖੁਸ਼ ਹੋ ਗਏ ਵੀ ਜਿਸ ਤਰ੍ਹਾਂ ਦਾ ਸੁਭਾਅ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦੇਖਿਆ। ਛੋਟੀ ਜਿਹੀ ਉਮਰ ਦੇ ਵਿੱਚ ਬਾਲਾ ਪ੍ਰੀਤਮ ਇਹ ਬਾਲ ਗੋਬਿੰਦ ਰਾਏ ਗੁਰੂ ਤੇਗ ਬਹਾਦਰ ਮਹਾਰਾਜ ਜੀ, ਉਹਨਾਂ ਦੇ ਸਾਹਿਬਜ਼ਾਦਿਆਂ ਦਾ ਵੀ ਇੰਨ ਬਿੰਨ ਕੋਈ ਅੰਤਰ ਹੀ ਨਹੀਂ। ਇਹ ਉਸ ਤਰ੍ਹਾਂ ਦਾ ਹੀ ਉਦਾਰ ਚਿੱਤ ਹੈ ਜੋ ਗਰੀਬ ਨਵਾਜ ਨੇ ਕਿਰਪਾ ਕਰਕੇ ਸਭ ਕੁਝ ਸਾਨੂੰ ਦੇ ਦੇਣਾ ਕੀਤਾ ਦਾਨ ਦੇ ਰੂਪ 'ਚ। ਮਹਾ ਉਧਾਰ ਪ੍ਰਭੂ ਕਹੋ ਜੋਵਾ। ਹੁਣ ਸਾਰੇ ਹੀ ਬਾਲ ਗੋਬਿੰਦ ਰਾਏ ਮਹਾਰਾਜ ਦੀ ਸਿਫਤ ਕਰਨ ਲੱਗ ਪਏ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਿੱਚ ਤੇ ਉਹਨਾਂ ਦੇ ਬੇਟੇ ਬਾਲ ਗੋਬਿੰਦ ਰਾਏ ਦੇ ਵਿੱਚ ਕੋਈ ਵੀ ਛਿਨ ਮਾਤਰ ਵੀ ਅੰਤਰ ਨਹੀਂ ਹੈ। ਜੈਸੋ ਉਜਲ ਬੰਸ ਉਧਾਰਾ। ਕਹਿੰਦੇ ਜਿਸ ਤਰ੍ਹਾਂ ਸੋਢ ਬੰਸ ਪੂਰੇ ਸੰਸਾਰ ਦੇ ਵਿੱਚ ਬਹੁਤ ਪਵਿੱਤਰ ਹੈ, ਬਹੁਤ ਉਜਲ ਹੈ। ਤੈਸੋ ਸੁਟ ਸਰੂਪ ਅਵਤਾਰਾ। ਕਹਿੰਦੇ ਉਸੇ ਤਰ੍ਹਾਂ ਦਾ ਇਹ ਅਵਤਾਰ ਧਾਰਨ ਕੀਤਾ ਦੁਸ਼ਟ ਦਮਨ ਦੇ ਰੂਪ 'ਚ ਬਾਲਾ ਪ੍ਰੀਤਮ ਧੰਨ ਗੋਬਿੰਦ ਰਾਏ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ। ਜਿਮ ਸਰੂਪ ਤਿਮ ਮਤ ਹੈ ਉੱਚੇ। ਕਹਿੰਦੇ ਜਿੱਤਾਂ ਸੋਢ ਬੰਸ ਪੂਰੇ ਸੰਸਾਰ 'ਚ ਪਵਿੱਤਰ ਹੈ, ਜਿਸ ਤਰ੍ਹਾਂ ਪਰਮਾਤਮਾ ਦਾ ਸਰਗੁਣ ਸਰੂਪ ਗੁਰੂ ਤੇਗ ਬਹਾਦਰ ਮਹਾਰਾਜ ਤੇ ਬਾਲ ਗੋਬਿੰਦ ਰਾਏ ਮਹਾਰਾਜ ਜੀ ਦਾ ਸਰੀਰ ਹੈ, ਇਸੇ ਤਰ੍ਹਾਂ ਦੀ ਸਾਰਿਆਂ ਤੋਂ ਉੱਚੀ ਮੱਤ ਹੈ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ। ਸੁੰਦਰ ਸਰੂਪ ਦਾ ਆਧਾਰ ਚਿੱਤ ਹੈ, ਇੱਕ ਛਿਨ ਲਾਇਆ ਸਭ ਕੁਝ ਸਾਡੇ ਅਰਪਣ ਕਰ ਦਿੱਤਾ। ਜੈਸੀ ਮਤ ਤਿਮ ਗੁਣ ਬਹੁ ਸੂਚੇ। ਕਹਿੰਦੇ ਵੀ ਜਿੱਦਾਂ ਕੰਨਾਂ ਦੇ ਨਾਲ ਜਿਹੜੀ ਵਡਿਆਈ ਸੁਣੀ, ਉੱਚੀ ਕੁੱਲ, ਉੱਚਾ ਖਾਨਦਾਨ, ਗੁਰੂ ਨਾਨਕ ਮਹਾਰਾਜ ਦਾ ਦਰ ਅਤੇ ਘਰ,
ਉਦਾਰ ਚਿੱਤ ਤੇ ਉੱਚੀ ਮੱਤ। ਇਸੇ ਤਰ੍ਹਾਂ ਦਾ ਬਾਲਾ ਪ੍ਰੀਤਮ ਮਹਾਰਾਜ ਦੇ ਵਿੱਚ ਸਾਰੇ ਗੁਣ ਹਨ ਗੁਰੂ ਨਾਨਕ ਮਹਾਰਾਜ ਜੀ ਵਾਲੇ, ਉਹ ਵੀ ਦੇਖੇ ਜਾ ਸਕਦੇ ਹਨ। ਆਦ ਉਧਾਰ ਸੂਰਤਾ ਲਹੈ। ਕਹਿੰਦੇ ਬਾਲਾ ਪ੍ਰੀਤਮ ਧੰਨ ਗਰੀਬ ਨਿਵਾਸ ਸਤਿਗੁਰ ਸੱਚੇ ਪਾਤਸ਼ਾਹ ਜੀ ਪੂਰਾ ਉਦਾਰ ਚਿੱਤ ਦੇ, ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਵੀ ਗਊ ਮਜਲੂਮ ਗਰੀਬ ਭਿਖਾਰੀ ਕੋਈ ਵੀ ਜੋ ਕੁਛ ਆ ਕੇ ਮੰਗਦਾ ਤਤ ਛਿਨ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ। ਇਸ ਤਰ੍ਹਾਂ ਬਾਲਾ ਪ੍ਰੀਤਮ ਮਹਾਰਾਜ ਨੇ ਕੀਤਾ ਹੈ। ਬਾਲਕ ਬਹਿ ਮਹਿ ਇਸ ਵਿਦ ਇਹ। ਕਹਿੰਦੇ ਹੁਣ ਸਰੀਰਕ ਆਰਬਲਾ ਤਾਂ ਬਹੁਤ ਛੋਟੀ ਜਿਹੀ ਲੱਗਦੀ ਹੈ, ਪਰ ਗੁਣ ਸਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਰਗੇ ਹੀ ਹਨ, ਗੁਰੂ ਤੇਗ ਬਹਾਦਰ ਮਹਾਰਾਜ ਜੀ ਵਰਗੇ। ਤਬ ਸ੍ਰੀ ਸਤਿਗੁਰ ਗੰਗਾ ਤੀਰ। ਤੇ ਐਨੇ ਨੂੰ ਫੇ ਪੰਡਤਾਂ ਨੂੰ ਕਹਿਣ ਲੱਗੇ ਵੀ ਚਲੋ ਜਿੱਥੇ ਜਿੱਥੇ ਤੁਹਾਡੇ ਮੰਦਰ ਹੈ, ਜਿੱਥੇ ਜਿੱਥੇ ਤੁਸੀਂ ਪੂਜਾ ਕਰਦੇ ਆ, ਗੰਗਾ ਦੇ ਕਿਨਾਰੇ ਜਾਣਾ ਕਰੀਏ। ਗਮਨੇ ਸੰਗ ਦਿਜਨ ਕੇ ਪੀਰ। ਹੁਣ ਸਾਰੇ ਪੰਡਤ ਵਿਦਵਾਨਾਂ ਦਾ ਭਾਰੀ ਇਕੱਠ, ਭਾਰੀ ਸਿੱਖ ਸੰਗਤ ਤੇ ਆਪ ਬਾਲਾ ਪ੍ਰੀਤਮ ਮਹਾਰਾਜ ਜੀ ਗੰਗਾ ਦੇ ਕਿਨਾਰੇ ਤੇ ਆ ਗਏ। ਕਰ ਇਸ਼ਨਾਨ ਕੋ ਬਸਵੰਤ। ਹੁਣ ਪੰਡਤ ਵਿਦਵਾਨ ਸਾਰਿਆਂ ਨੇ ਗੰਗਾ ਤੇ ਇਸ਼ਨਾਨ ਕਰਨਾ ਕੀਤਾ ਸਤਿਗੁਰਾਂ ਦੇ ਸਮੇਤ। ਦੇ ਨਿਸਦਾਨ ਤਬਹਿ ਸਰਬੰਸ। ਹੁਣ ਜੋ ਜੋ ਚਾਹੀਦਾ ਸੀ ਸਭ ਕੁਝ ਪੰਡਤਾਂ ਨੂੰ ਦੇ ਦੇਣਾ ਕੀਤਾ ਮਹਾਰਾਜ ਜੀ ਨੇ। ਵਿਪਰਨ ਬਹੁ ਆਨੰਦ ਕੋ ਪਾਏ। ਹੁਣ ਇਹ ਜਿਹੜੇ ਪੰਡਤ ਵਿਦਵਾਨ ਬਹੁਤ ਖੁਸ਼ ਹੋਏ, ਧਨ ਦੌਲਤ ਤੇ ਵਸਤਰ ਤੇ ਰਸਤ ਵਸਤ ਲੈ ਕਰਕੇ। ਲੈ ਸਭ ਵਸਤ ਦਰਬ ਸਮੁਦਾਏ। ਹੁਣ ਸਾਰੀਆਂ ਵਾਤੂਆਂ ਲੈ ਕਰਕੇ ਸੰਭਾਲਣੀਆਂ ਕੀਤੀਆਂ ਤੇ ਕੋਟਨ ਕੋਟ ਧੰਨਵਾਦ ਤੇ ਵਡਿਆਈ ਕਰ ਰਹੇ ਹਨ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਮਹਾਰਾਜ ਜੀ ਦੀ। ਉਸਤਤ ਕਰੀ ਅਨੇਕ ਪ੍ਰਕਾਰਾ। ਜਿਸ ਤਰ੍ਹਾਂ ਪੂਰੇ ਕਾਂਸ਼ੀ ਦੇ ਵਿੱਚ ਘਰ ਘਰ ਦੇ ਵਿੱਚ ਮਹਿਮਾ ਸੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ। ਹੁਣ ਇਹ ਮੰਦਰਾਂ ਦੇ ਵਿੱਚ ਵੀ ਜੋ ਪੰਡਤ ਵਿਦਵਾਨ ਵੀ ਇਹਨਾਂ ਦੇ ਰਸਨਾ ਤੇ ਵੀ ਬਸ ਬੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੈ ਮੇਰਾ। ਬਹੁਤ ਵਡਿਆਈ ਸਿਫਤ ਸਲਾਹ ਕਰ ਰਹੇ ਹਨ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੇ। ਲੈ ਕਰ ਗਮਨੇ ਕਈ ਹਜ਼ਾਰਾਂ। ਕਹਿੰਦੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹ ਪਦਾਰਥ ਲੈ ਕੇ ਘਰਾਂ ਨੂੰ ਚਲੇ ਗਏ। ਸਗਰੀ ਪੁਰੀ ਰੁਦਰ ਕੀ ਬੀਚ। ਇਹ ਜੋ ਸ਼ਿਵ ਦੀ ਪੁਰੀ ਮੰਨੀ ਗਈ ਹੈ, ਇਹਦੇ ਵਿੱਚ ਜਿੰਨੀ ਵੀ ਸਿੱਖ ਸੰਗਤ ਹੈ, ਕੀਰਤ ਕਰਤ ਊਚ ਅਰ ਨੀਚ। ਭਾਵੇਂ ਕੋਈ ਛੋਟਾ ਹੈ ਭਾਵੇਂ ਕੋਈ ਵੱਡਾ ਹੈ, ਸਾਰੇ ਹੀ ਗੁਰਮੁਖ ਪਿਆਰਿਓ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਉਸਤਤ ਕਰ ਰਹੇ ਹਨ। ਜਬ ਗੁਰ ਸਭ ਕਿਛ ਦੀਨੋ ਦਾਨ। ਜਦੋਂ ਸਭ ਕੁਝ ਬਾਲਾ ਪ੍ਰੀਤਮ ਨੇ ਇਹਨਾਂ ਪੰਡਤਾਂ ਵਿਦਵਾਨਾਂ ਨੂੰ ਦੇ ਦੇਣਾ ਕੀਤਾ। ਸੰਗਤ ਗਨ ਮਸੰਦ ਸੁਨ ਕਾਨ। ਹੁਣ ਸਾਰੇ ਮਸੰਦਾਂ ਨੇ ਤੇ ਸਾਰੀਆਂ ਸੰਗਤਾਂ ਨੇ ਸੁਣਿਆ। ਫਿਰ ਹੇ ਅਕਾਲ ਪੁਰਖ ਪਰਮਾਤਮਾ ਬਾਲਾ ਪ੍ਰੀਤਮ ਇਹ ਆਪ ਜੀ ਦੀ ਮੌਜ ਹੈ, ਆਪ ਜੀ ਦਾ ਕੌਤਕ ਹੈ। ਵਸਤ ਬਟੋਰਨ ਕੀਨ ਕਨੇਰੀ। ਕਹਿੰਦੇ ਇਸੇ ਤਰ੍ਹਾਂ ਜੋ ਜੋ ਧਨ ਦੌਲਤ ਵਾਤਰ ਸਭ ਕੁਝ ਪੰਡਤ ਵਿਦਵਾਨਾਂ ਨੂੰ ਦੇ ਦਿੱਤਾ ਸੀ। ਘਨੇ ਬਸਤਰ ਆਨੇ ਤਿਸ ਬੇਰੀ। ਹੁਣ ਜਿੱਦਾਂ ਜਿੱਦਾਂ ਸੰਗਤਾਂ ਨੂੰ ਪਤਾ ਲੱਗਾ, ਮਸੰਦਾਂ ਨੂੰ ਪਤਾ ਲੱਗਾ, ਅੱਗੇ ਨਾਲੋਂ ਵੀ ਵੱਧ ਮਾਇਆ ਵਸਤਰ ਤੇ ਰਸਤ ਵਸਤ ਦੁਆਰਾ ਫਿਰ ਸਤਿਗੁਰਾਂ ਦੇ ਚਰਨਾਂ 'ਚ ਭੇਟਾਂ ਹੋਣੀਆਂ ਆਰੰਭ ਹੋ ਗਈਆਂ। ਦਰਜੀ ਲਿਆਏ ਸਵਾਮਨ ਕਰੇ। ਹੁਣ ਵਸਤਰ ਵੀ ਮਹਾਰਾਜ ਜੀ ਨੇ ਦੇ ਦੇਣੇ ਕੀਤੇ ਸੀ। ਹੁਣ ਦਰਜੀ ਲਿਆ ਕੇ ਬਿਠਾ ਲਏ, ਸੁੰਦਰ ਪਹਿਚਾ ਕੇ ਉਸ ਨੇ ਸੀਣੇ ਫਿਰ ਸ਼ੁਰੂ ਕਰ ਦਿੱਤੇ ਵਸਤਰ ਮਹਾਰਾਜ ਜੀ ਦੇ। ਵਾਹਨ ਮੋਲ ਆਨਬੋ ਕਰੇ। ਰਤ ਇਤ ਆਤਿਕ ਵੀ ਪਾਲਕੀ ਵੀ ਇਤ ਆਤਿਕ ਸਭ ਕੁਝ ਉਹਨਾਂ ਦੇ ਸਪੁਰਦ ਕਰ ਦਿੱਤਾ ਸੀ। ਇਹ ਸਾਰੇ ਨਵੇਂ ਤਿਆਰ ਕਰਤੇ ਸਿੱਖ ਸੰਗਤਾਂ ਨੇ। ਦਿਨ ਕੇਤਕ ਇਮ ਬੀਤੇ ਜਬੈ। ਕਹਿੰਦੇ ਇਸੇ ਤਰ੍ਹਾਂ ਜਦੋਂ ਕਾਫੀ ਦਿਨ ਬੀਤ ਗਏ, ਨਿਗਟ ਨਿਗਟ ਸੁਧ ਪਸਰੀ ਤਬੈ। ਹੁਣ ਆਲੇ ਦੁਆਲੇ ਸਾਰੇ ਹੀ ਭਾਵ ਇਹ ਖਬਰ ਫੈਲ ਗਈ ਬਾਲਾ ਪ੍ਰੀਤਮ ਦੀ ਮਾਤਾ ਜੀਆਂ ਦੀ
ਇਸ ਬਨਾਰਸ ਕਾਂਸੀ ਸ਼ਹਿਰ ਦੇ ਵਿੱਚ ਆਉਣ ਦੀ। ਜੌਨਪੁਰੇ ਕੀ ਸੰਗਤ ਆਈ। ਹੁਣ ਨਾਲ ਹੀ ਜੌਨਪੁਰ ਹੈ, ਜੌਨਪੁਰ ਦੀ ਸੰਗਤ ਨੂੰ ਪਤਾ ਲੱਗਾ, ਉਹਨਾਂ ਨੇ ਵੀ ਤਿਆਰੀ ਕੀਤੀ ਵੀ ਇਹ ਸਮਾਂ ਹੈ ਵੀ ਚਲੋ ਸਤਿਗੁਰ ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬਜ਼ਾਦੇ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਦੇ ਦਰਸ਼ਨ ਦਿਦਾਰੇ ਕਰੀਏ। ਗੁਰ ਕੀ ਕਾਰ ਦਰਬ ਗੁਣ ਲਿਆਈ। ਕਹਿੰਦੇ ਸਤਿਗੁਰਾਂ ਦੇ ਚਰਨਾਂ 'ਚ ਭੇਟਾ ਕਰਨ ਵਾਸਤੇ ਅਨੇਕਾਂ ਪ੍ਰਕਾਰਾਂ ਦੀਆਂ ਭੇਟਾਵਾਂ ਜੌਨਪੁਰ ਦੀ ਸੰਗਤ ਵੀ ਲੈ ਕਰਕੇ ਆਈ। ਜੋ ਪ੍ਰੇਮੀ ਗੁਰ ਬਖਸ਼ ਮਸੰਦ। ਇਹ ਜਿਹੜਾ ਪ੍ਰੇਮੀ ਸੀ, ਜੋ ਮਸੰਦ ਸੀ, ਸਤਿਗੁਰਾਂ ਦੀ ਕਾਰ ਭੇਟਾ ਦਸਵੰਧ ਇਕੱਤਰ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਲਿਆ ਕਰਕੇ ਭੇਟਾ ਕਰਦਾ। ਸਭ ਮਹਿ ਮੁਖ ਤਰ ਆਏ ਆਨੰਦ। ਹੁਣ ਸਾਰੇ ਦਰਸ਼ਨ ਦਿਦਾਰੇ ਕਰਕੇ ਬਹੁਤ ਖੁਸ਼ ਹੋ ਗਏ ਮਸੰਦ ਤੇ ਸਾਰੀ ਸੰਗਤ। ਗਾਵਤ ਸ਼ਬਦ ਹਯੂਰ ਪਹੁੰਚੇ। ਹੁਣ ਇਹ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਤੇ ਜੋਟੀਆਂ 'ਚ ਸ਼ਬਦ ਪੜ੍ਹਦੇ ਪੜ੍ਹਦੇ ਢੋਲਕੀਆਂ ਛੈਣਿਆਂ ਦੇ ਨਾਲ ਜਦੋਂ ਜੌਨਪੁਰ ਦੀ ਸੰਗਤ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਮਹਾਰਾਜ ਦੇ ਚਰਨਾਂ 'ਚ ਪਹੁੰਚੀ। ਸੁਨਹ ਅਨੇਕ ਰਾਗ ਹੋਏ ਉੱਚੇ। ਹੁਣ ਅਨੇਕਾਂ ਤਰ੍ਹਾਂ ਦੇ ਰਾਗ ਅਲਾਪੇ ਜਾ ਰਹੇ ਸਮੇਂ ਦੇ ਮੁਤਾਬਕ, ਤੇ ਸਿੱਖ ਸੰਗਤਾਂ ਗਾ ਕੇ ਸੁਣ ਕੇ ਬਹੁਤ ਖੁਸ਼ ਹੋ ਰਹੀਆਂ ਗੁਰਮੁਖੋ। ਕਰ ਦਰਸ਼ਨ ਕੋ ਅਰਪ ਅਕੋਰ। ਹੁਣ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਕੇ ਜੋ ਪ੍ਰੇਮ ਭੇਟਾਵਾਂ ਲੈ ਕਰਕੇ ਸੰਗਤਾਂ ਆਈਆਂ ਸਨ, ਉਹ ਸਤਿਗੁਰਾਂ ਦੇ ਚਰਨਾਂ 'ਚ ਬਹੁਤ ਵੱਡਾ ਢੇਰ ਅੰਬਾਰ ਲੱਗ ਗਿਆ ਭੇਟਾਵਾਂ ਦਾ। ਬੰਦਤ ਹੈ ਪਗ ਜੁਗ ਕਰ ਜੋਰ। ਦੋਨੋਂ ਹੱਥ ਜੋੜ ਕੇ ਸਤਿਗੁਰਾਂ ਦੇ ਜੋ ਚਰਨ ਸਨ ਉਹਨਾਂ ਨੂੰ ਪਰਸਨਾ ਕੀਤਾ, ਮਸਤਕ ਚਰਨਾਂ ਦੇ ਨਾਲ ਲਾ ਕਰਕੇ ਡੰਡੌਤ ਕੀਤੀ। ਕਰੀ ਕਾਮਨਾ ਜਾਚਹਿ ਜੋਏ। ਜਿਸ ਦੀ ਜੋ ਜਾਚਨਾ ਸੀ ਤੇ ਉਸ ਭਾਵਨਾ ਦੇ ਨਾਲ ਮਨੋ ਮਨੀ ਅਰਦਾਸ ਕੀਤੀ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਮਹਾਰਾਜ ਦੇ ਚਰਨਾਂ 'ਚ। ਪੂਰਤ ਭੈ ਪ੍ਰਭੂ ਤਬ ਸੋਏ। ਹੁਣ ਬਾਲਾ ਪ੍ਰੀਤਮ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਰਹੇ ਹਨ। ਤੀਨ ਦਿਵਸ ਗੁਰ ਕੇ ਢਿਗ ਰਹੇ। ਇਹ ਜੌਨਪੁਰ ਦੀ ਜਿੰਨੀ ਵੀ ਸੰਗਤ ਸੀ ਨਾ ਗੁਰਮੁਖੋ, ਇਹ ਧੰਨ ਬਾਲ ਗੋਬਿੰਦ ਰਾਏ ਮਹਾਰਾਜ ਦੇ ਚਰਨਾਂ 'ਚ 3 ਦਿਨ ਇਹਨਾਂ ਨੇ ਰਹਿਣਾ ਕੀਤਾ। ਜਥਾ ਜੋਗ ਸਿਰ ਪਾਉ ਸੋ ਲੈ। ਉਸ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀ ਜੋ ਮਰਜ਼ਾਦਾ ਹੈ, ਉਸ ਮਰਜ਼ਾਦਾ ਦੇ ਅਨੁਸਾਰ ਸਾਰੀਆਂ ਸਿੱਖ ਸੰਗਤਾਂ ਨੂੰ ਬਖਸ਼ਿਸ਼ ਭਰੇ ਸਿਰੋਂ ਪਾਉ ਦੇਣੇ ਕੀਤੇ। ਬਾਲ ਆਰ ਬਲ ਸੁੰਦਰ ਸੂਰਤ। ਕਹਿੰਦੇ ਵੀ ਸਰੀਰ ਦੀ ਆਜੂ ਤਾਂ ਬਹੁਤ ਥੋੜੀ ਹੈ, ਪਰ ਚਿਹਨ ਚੱਕਰ ਇਤਨਾ ਸੁੰਦਰ ਸਰੂਪ ਹੈ। ਬਾਲ ਗੋਬਿੰਦ ਰਾਏ ਮਹਾਰਾਜ ਜੀ ਦਾ ਦਰਸ਼ਨ ਦਿਦਾਰੇ ਕਰਕੇ ਭੁੱਖ ਲੈਂਦੇ ਹੀ ਨਹੀਂ, ਦਿਲ ਕਰਦਾ ਇੱਕ ਟੱਕ ਦੇਖੀ ਹੀ ਜਾਈਏ, ਸਤਿਗੁਰਾਂ ਦੇ ਪਾਵਨ ਪਵਿੱਤਰ ਮੁਖੜੇ ਤੇ ਨਿਗਾਹ ਟਿਕਾ ਰੱਖੀਏ। ਰਚੀ ਵਿਧਾਤੇ ਸਭ ਗੁਣ ਪੂਰਤ। ਕਹਿੰਦੇ ਸਾਰੇ ਗੁਣ ਪਾ ਕਰਕੇ ਅਕਾਲ ਪੁਰਖ ਪਰਮਾਤਮਾ ਨੇ ਬਾਲਾ ਪ੍ਰੀਤਮ ਦੇ ਸਰੀਰ ਨੂੰ ਬਣਾਇਆ, ਇਹਨਾਂ ਦੀ ਸੂਰਤ ਨੂੰ ਬਣਾਇਆ ਜੋ ਐਨੀ ਸੁੰਦਰ ਹੈ, ਹਰ ਇੱਕ ਦੇ ਮਨ ਨੂੰ ਮੋਹ ਰਹੀ ਹੈ। ਇਤਿਆਦਿਕ ਬਹੁ ਕਰਤ ਪ੍ਰਸ਼ੰਸਾ। ਇਤਿਆਦਿਕ ਬਹੁ ਕਰਤ ਪ੍ਰਸ਼ੰਸਾ ਭਾਵ ਇਸ ਤਰ੍ਹਾਂ ਬਹੁਤ ਪ੍ਰਸ਼ੰਸਾ ਵਡਿਆਈਆਂ ਹੋ ਰਹੀਆਂ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿਤਾ ਦੇ ਰੂਪ ਦੇ ਵਿੱਚ ਤੇ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਮਹਾਰਾਜ ਜੀ ਦੇ ਸਾਹਿਬਜ਼ਾਦੇ ਪੁੱਤਰ ਦੇ ਰੂਪ ਦੇ ਵਿੱਚ। ਹੋਏ ਹੈ ਸੋੜ ਬੰਸ ਅਵਤੰਸਾ। ਕਹਿੰਦੇ ਸੋਢ ਬੰਸ ਦੇ ਵਿੱਚ ਇੱਕ ਬਹੁਤ ਵੱਡਾ ਇਹ ਪ੍ਰਕਾਸ਼ ਹੈ ਜੋ ਬਾਲ ਗੋਬਿੰਦ ਰਾਏ ਰੂਪ ਦੇ ਵਿੱਚ ਪ੍ਰਗਟ ਹੋਇਆ ਸੰਸਾਰ ਦੇ ਸਾਹਮਣੇ। ਭਇਓ ਦਰਬ ਗੁਰ ਨਿਕਟ ਕਨੇਰਾ। ਕਹਿੰਦੇ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਜਿੰਨਾ ਕੁ ਪੰਡਤ ਵਿਦਵਾਨਾਂ ਨੂੰ ਦਿੱਤਾ ਸੀ ਨਾ, ਉਹ ਤੋਂ ਹੋਰ ਜ਼ਿਆਦਾ ਦੁੱਗਣਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਟਾ ਦੇ ਤੌਰ ਤੇ ਗੁਰਮੁਖ ਪਿਆਰਿਓ ਢੇਰ ਲੱਗ ਗਏ, ਅੰਬਾਰ ਲੱਗ ਗਏ। ਜਿਹੜੇ ਸਿੱਖ ਸੇਵਾਦਾਰ ਸਨ ਨਾ ਜਿਹੜੇ,
ਉਸ ਵਕਤ ਮਨ ਦੇ ਵਿੱਚ ਸੋਚ ਰਹੇ ਸਨ ਕਿ ਮਹਾਰਾਜ ਜੀ ਨੇ ਅਜੇ ਅੱਗੇ ਪੰਜਾਬ ਦੀ ਧਰਤੀ ਤੇ ਜਾਣਾ, ਸਫ਼ਰ ਬੜਾ ਲੰਬਾ ਹੈ। ਇਹ ਪੰਡਤਾਂ ਦਾ ਤਾਂ ਕੰਮ ਹੀ ਹੁੰਦਾ ਆ ਕਰਕੇ ਮੰਗਣਾ। ਜਿਸ ਤਰ੍ਹਾਂ ਪੰਡਤਾਂ ਨੇ ਆ ਕੇ ਜਾਚਨਾ ਕੀਤੀ, ਬਗੈਰ ਸੋਚਣ ਤੋਂ ਕਲਗੀਧਰ ਮਹਾਰਾਜ ਨੇ ਸਭ ਕੁਝ ਇਹਨਾਂ ਦੇ ਅਰਪਣ ਕਰ ਦਿੱਤਾ। ਪਰ ਹੁਣ ਬੜੇ ਖੁਸ਼ ਹੋਏ ਜਦੋਂ ਜਿੰਨਾ ਪੰਡਤਾਂ ਨੂੰ ਦਿੱਤਾ ਸੀ ਉਹ ਤੋਂ ਗੁਰਮੁਖ ਪਿਆਰਿਓ ਡਬਲ, ਤੇ ਕਲਗੀਧਰ ਮਹਾਰਾਜ ਦੇ ਚਰਨ ਸਾਰੇ ਪਦਾਰਥਾਂ ਦੇ ਫਿਰ ਅੰਬਾਰ ਲੱਗ ਗਏ। ਸਕਲ ਸਾਜ ਬਨਵਾਇਓ ਫੇਰਾ। ਕਹਿੰਦੇ ਜੋ ਜੋ ਪੰਡਤਾਂ ਨੂੰ ਦਿੱਤਾ ਸੀ ਨਾ, ਸਾਰੇ ਸਾਜ ਬਾਜ ਬਸਤਰ ਸਭ ਕੁਝ ਨਵਾਂ ਫਿਰ ਬਣ ਗਿਆ। ਦਿਨਾਂ ਦੇ ਵਿੱਚ ਹੀ, ਬਹੁਤ ਘੱਟ ਸਮੇਂ ਦੇ ਵਿੱਚ ਹੀ। ਬਹੁਰ ਚਲਨ ਕੀ ਨਸਤਿਆਰੀ। ਹੁਣ ਕਲਗੀਧਰ ਮਹਾਰਾਜ ਜੀ ਨੇ ਮਾਤਾ ਜੀਆਂ ਨੂੰ ਤੇ ਸੇਵਾਦਾਰਾਂ ਨੂੰ ਇਹ ਆਖਣਾ ਕੀਤਾ ਕਿ ਭਾਈ ਹੁਣ ਅੱਗੇ ਜਾਣ ਦੀ ਤਿਆਰੀ ਕਰੀਏ। ਜੇ ਸਿਰ ਪਾਓ ਸੰਗਤਾਂ ਸਾਰੀ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਸੰਗਤਾਂ ਨੂੰ ਸਿਰਪਾਓ ਦੇਣਾ ਕੀਤਾ। ਸੁਨ ਸੁਨ ਜਸ ਕੋ ਨਰ ਸਮੁਦਾਏ। ਕਹਿੰਦੇ ਜਿੰਨੇ ਬਨਾਰਸ ਦੇ, ਜੌਨਪੁਰ ਦੇ ਆਲੇ ਦੁਆਲੇ ਦੇ ਸਿੱਖ ਸੰਗੀ ਸਨ, ਉਹ ਗੁਰਮੁਖ ਪਿਆਰਿਓ ਜਸ ਸੁਣ ਕੇ ਤੇ ਜਸ ਕਰ ਕਰਕੇ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦਾ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਕਰਹਿ ਕਰਹੁ ਸਿੱਖ ਸ਼ਰਨੀ ਆਏ। ਕਹਿੰਦੇ ਵੇ ਜੋ ਜੋ ਸਤਿਗੁਰ ਸੱਚੇ ਪਾਤਸ਼ਾਹ ਦੇ ਸ਼ਰਨ 'ਚ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦਾ ਸੀ, ਬਸ ਵਾਹੋ ਵਾਹੋ ਕਰਕੇ ਪੂਰਨ ਆਨੰਦ ਨੂੰ ਪ੍ਰਾਪਤ ਹੋ ਜਾਂਦਾ ਸੀ। ਦੇਖ ਭਾਉ ਤਿਨ ਕੇ ਮਨ ਕੇਰਾ। ਕਲਗੀਧਰ ਮਹਾਰਾਜ ਚਰਨਾਂ 'ਚ ਜੋ ਵੀ ਆਉਂਦਾ ਸੀ, ਜਿਸ ਜਿਸ ਦੇ ਮਨ ਦੇ ਵਿੱਚ ਜਿਹੋ ਜਿਹੀ ਭਾਵਨਾ ਸੀ, ਗਰੀਬ ਨਵਾਜ ਜੀ ਗੁਰਮਤਿ ਅਨੁਸਾਰ ਤਤ ਛਿਨ ਦੇ ਵਿੱਚ ਪੂਰੀ ਕਰ ਦਿੰਦੇ। ਪਗ ਪਾਹੁਲ ਦੀਨਸ ਤਿਸ ਬੇਰਾ। ਹੁਣ ਬੇਅੰਤ ਸੰਗਤਾਂ ਦੇ ਮਨ ਦੇ ਵਿੱਚ ਇਹ ਗੱਲ ਆਈ ਵੀ ਅਸੀਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਗੁਰਦਿੱਖਿਆ ਲੈਣੀ ਆ। ਗੁਰੂ ਨਾਨਕ ਮਹਾਰਾਜ ਤੋਂ ਲੈ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੱਕ। ਉਸ ਤੋਂ ਉਪਰੰਤ ਜੋ 1699 ਵਾਲੇ ਦਿਨ ਤੋਂ ਪਹਿਲਾਂ ਕਲਗੀਧਰ ਮਹਾਰਾਜ ਜੀ ਵੀ 9 ਹੀ ਪਾਤਸ਼ਾਹੀਆਂ ਚਰਨ ਪੌਲ ਦੇ ਕੇ ਗੁਰਦਿੱਖਿਆ ਦਿੰਦੀਆਂ। ਇਹ ਤਾਂ ਕਲਗੀਧਰ ਮਹਾਰਾਜ ਜੀ ਨੇ ਆਉਣ ਵਾਲੇ ਨੂੰ ਸਮੇਂ ਨੂੰ ਭਾਂਪਦਿਆਂ ਹੋਇਆਂ ਇਹ ਜੋ ਚਰਨ ਪੌਲ ਸੀ, ਇਹ ਖੰਡੇ ਪੌਲ ਦੇ ਵਿੱਚ ਤਬਦੀਲ ਕਰ ਦਿੱਤੀ। ਜੋ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਹਾਨ ਦਿਹਾੜਾ ਖਾਲਸੇ ਪੰਥ ਦਾ ਸਿਰਜਣਹਾਰ ਜੋ ਕਲਗੀਧਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਹ ਪੂਰੇ ਸੰਸਾਰ ਭਰ ਦੇ ਵਿੱਚ ਬਹੁਤ ਉਤਸ਼ਾਹ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਮਨਾਇਆ ਜਾਂਦਾ। ਕਹਿਣ ਤੋਂ ਭਾਵ ਜਿਨ੍ਹਾਂ ਸੰਗਤਾਂ ਦੇ ਮਨ ਦੇ ਵਿੱਚ ਇਹ ਮੁਰਾਦ ਸੀ ਵੀ ਅਸੀਂ ਬਾਲਾ ਪ੍ਰੀਤਮ ਕਲਗੀਧਰ ਮਹਾਰਾਜ ਜੀ ਤੋਂ ਚਰਨ ਪੌਲ ਲੈ ਕਰਕੇ ਗੁਰੂ ਨਾਨਕ ਦੇ ਸਿੱਖ ਬਣਨਾ। ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਸੰਦਾਂ ਨੂੰ, ਸੇਵਾਦਾਰਾਂ ਨੂੰ ਆਖ ਦੇਣਾ ਕੀਤਾ ਕਿ ਭਾਈ ਜੋ ਜੋ ਚਰਨ ਪੌਲ ਲੈਣਾ ਚਾਹੁੰਦੇ, ਗੁਰਦਿੱਖਿਆ ਲੈਣਾ ਚਾਹੁੰਦੇ, ਗੁਰੂ ਨਾਨਕ ਦੇ ਸਿੱਖ ਬਣਨਾ ਚਾਹੁੰਦੇ ਆ, ਤੇ ਉਹ ਸਾਣ ਕੇਸੀ ਇਸ਼ਨਾਨ ਕਰਕੇ ਇੱਕ ਪਾਸੇ ਸਾਰੇ ਬੈਠ ਜਾਓ ਤੇ ਉਹਨਾਂ ਨੂੰ ਗੁਰਦਿੱਖਿਆ ਦਿੱਤੀ ਜਾਵੇਗੀ। ਜਿਨ੍ਹਾਂ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਮੁਰਾਦ, ਇਹ ਜਾਚਨਾ ਸੀ। ਜਿਨ ਜਿਨ ਪੀਜਸ ਭੈ ਨਿਹਾਲ। ਕਹਿੰਦੇ ਜਿਨ ਜਿਨ ਪੀਐਸ ਭੈ ਨਿਹਾਲ। ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਚਰਨ ਪੌਲ ਪੀਤੀ, ਗੁਰਦਿੱਖਿਆ ਜਿੱਦਾਂ ਹੀ ਹਿਰਦੇ 'ਚ ਗਈ, ਬਸ ਗੁਰਮੁਖ ਪਿਆਰਿਓ ਆਨੰਦੋ ਆਨੰਦ ਹੋ ਗਿਆ, ਖੁਸ਼ ਹੋ ਗਏ ਰੋਮ ਰੋਮ ਕਰਕੇ। ਗੁਰ ਪ੍ਰਭਾਉ ਕੋ ਲਖਿਓ ਵਿਸਾਲ। ਹੁਣ ਜੋ ਬਾਲਾ ਪ੍ਰੀਤਮ ਬਾਲ ਗੋਬਿੰਦ ਰਾਏ ਮਹਾਰਾਜ ਜੀ ਨੇ ਜਿਨ੍ਹਾਂ ਜਿਨ੍ਹਾਂ ਨੂੰ ਚਰਨ ਪੌਲ ਦਿੱਤੀ, ਤੇ ਹੁਣ ਚਰਨ ਪੌਲ ਦੇ ਨਾਲ ਉਹਨਾਂ ਦਾ ਹਿਰਦਾ ਪਵਿੱਤਰ ਹੋ ਗਿਆ, ਰੋਮ ਰੋਮ ਪਵਿੱਤਰ ਹੋ ਗਿਆ। ਉਹਨਾਂ ਦੀ ਸੋਚ 'ਚ, ਵਿਚਾਰ 'ਚ, ਦੇਖਣ 'ਚ, ਸੁਣਨ 'ਚ, ਸੁਭਾਅ ਦੇ ਵਿੱਚ ਭਾਰੀ ਤਬਦੀਲੀ ਆ ਗਈ। ਤਤ ਛਿਨ ਮਿਲ ਸੰਗਤ ਸਭ ਅਰਜ ਉਚਾਰੀ। ਹੁਣ ਸਾਰੀਆਂ ਸੰਗਤਾਂ ਨੇ ਹੱਥ ਜੋੜ ਕੇ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਕੀਤੀ ਬੇਨਤੀ। ਚਲੋ ਪ੍ਰਭੂ
ਅਬ ਪੁਰੀ ਮਝਾਰੀ। ਹੁਣ ਉਹ ਜਿਹੜੀ ਜੌਨਪੁਰ ਦੀ ਸੰਗਤ ਆਈ ਸੀ, 3 ਦਿਨ ਸੰਗਤ ਇੱਥੇ ਰਹੀ, ਚਰਨ ਪੌਲ ਉਹਨਾਂ ਨੇ ਲਈ। ਹੁਣ ਸਾਰੀ ਜੌਨਪੁਰ ਦੀ ਸੰਗਤ ਨੇ ਹੱਥ ਜੋੜੇ ਕਿ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਕਾਂਸੀ ਬਨਾਰਸ ਦੇ ਵਿੱਚ ਆਪ ਜੀ ਨੇ ਕਾਫੀ ਸਮਾਂ ਰਹਿ ਕਰਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ, ਇਸੇ ਤਰ੍ਹਾਂ ਹੁਣ ਸਾਡੇ ਨਗਰ ਜੌਨਪੁਰ ਤੇ ਸਾਡੇ ਘਰਾਂ 'ਚ ਚਰਨ ਪਾ ਕਰਕੇ ਪਵਿੱਤਰ ਕਰੋ, ਇਹ ਸਾਡੀ ਬੇਨਤੀ ਹੈ। ਸਿਵਕਾ ਆਦ ਨਯੋ ਸਭ ਸਾਜ। ਕਹਿੰਦੇ ਇਸੇ ਤਰ੍ਹਾਂ ਜੋ ਸਾਰੇ ਜੋ ਰੱਥ ਹੈ, ਜੋ ਪਾਲਕੀ ਹੈ ਤੇ ਸਾਰਾ ਸਮਾਨ ਜੋ ਨਵਾਂ ਤਿਆਰ ਕੀਤਾ ਸੀ ਮਹਾਰਾਜ ਜੀ ਨੇ, ਉੱਪਰ ਚੜ ਚਾਲੇ ਮਹਾਰਾਜ। ਹੁਣ ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਸਿੱਖ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਤੇ ਸੁੰਦਰ ਪਾਲਕੀ ਦੇ ਵਿੱਚ ਸੁਭਾਏਮਾਨ ਹੋ ਗਏ। ਭੀਰ ਹਜ਼ਾਰੋਂ ਨਰ ਕੀ ਸੰਗ। ਹੁਣ ਕਲਗੀਧਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਕੀ ਐਸੀਆਂ ਸੰਗਤਾਂ ਆਉਂਦੀਆਂ ਘਰੋਂ ਦਰਸ਼ਨਾਂ ਦੇ ਵਾਸਤੇ, ਵਾਪਸ ਘਰਾਂ ਨੂੰ ਜਾਂਦੀਆਂ ਹੀ ਨਾ, ਉਹਨਾਂ ਦਾ ਦਿਲੇ ਨਾ ਕਰਦਾ ਵਾਪਸ ਜਾਣ ਨੂੰ, ਤੇ ਭਾਰੀ ਗਿਣਤੀ ਦੇ ਵਿੱਚ ਕਲਗੀਧਰ ਮਹਾਰਾਜ ਦੇ ਨਾਲ ਇਹ ਸੰਗਤਾਂ ਦੀ ਭੀੜ ਤੁਰ ਪਈ। ਗਮਨੇ ਗੁਰੂ ਨਹਾਰਤ ਸੰਗ। ਹੁਣ ਨਾਲ ਧੰਨ ਬਾਲਾ ਪ੍ਰੀਤਮ ਮਹਾਰਾਜ ਜੀ ਦੇ ਮਾਤਾ ਜੀਆਂ ਦੇ ਸਿੱਖ ਸੰਗਤਾਂ ਦਰਸ਼ਨ ਦਿਦਾਰੇ ਕਰ ਰਹੀਆਂ ਤੇ ਨਾਲੇ ਹੀ ਚੱਲ ਰਹੀਆਂ ਹਨ। ਸੁਰਸਰ ਤੀਰ ਧਰੀ ਅਨਵਾਈ। ਹੁਣ ਧੰਨ ਬਾਲਾ ਪ੍ਰੀਤਮ ਨੇ ਸਮੇਤ ਮਾਤਾ ਜੀਆਂ ਦੇ ਸਮੇਤ ਸੰਗਤਾਂ ਦੇ ਗੰਗਾ ਨੂੰ ਪਾਰ ਕਰਨਾ ਕੀਤਾ ਹੈ। ਉਤਰਨ ਪਾਰ ਅਰੂੰਡ ਗਸਾਈ। ਹੁਣ ਬੇੜੀ ਤੇ ਵਿੱਚ ਬੈਠ ਕਰਕੇ ਹੁਣ ਪਰਲੇ ਪਾਸੇ ਗਰੀਬ ਨਵਾਜ਼ ਸਮੇਤ ਸੰਗਤਾਂ ਦੇ ਉਤਰੇ ਹਨ। ਕੇਵਟ ਨਵਕਾ ਪਾਰ ਲੰਘਾਏ। ਹੁਣ ਜਿਹੜਾ ਮਲਾਹ ਸੀ ਬੇੜੀ ਨੂੰ ਚਲਾਉਂਦਾ, ਜਿਸ ਬੇੜੀ ਦੇ ਵਿੱਚ ਗਰੀਬ ਨਵਾਜ਼ ਤੇ ਮਾਤਾ ਜੀ ਤੇ ਸੰਗਤ ਬੈਠੀ ਸੀ, ਗਰਭ ਦੀਨ ਬਹੁ ਸੇ ਹਰ ਖਾਏ। ਕਹਿੰਦੇ ਕਲਗੀਧਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਵੀ ਝੋਲੀ ਧਨ ਨਾਲ ਭਰ ਦੇਣੀ ਕੀਤੀ, ਉਹਦੇ ਤੇ ਵੀ ਬਖਸ਼ਿਸ਼ਾਂ ਕੀਤੀਆਂ। ਉਹ ਬੇੜੀ ਚਲਾਉਣ ਵਾਲਾ ਮਲਾਹ ਵੀ ਸੈਦੇ ਮਲਾਹ ਵਾਂਗੂ ਬਹੁਤ ਖੁਸ਼ ਹੋਇਆ, ਉਸ ਦਾ ਲੋਕ ਪਰਲੋਕ ਸਵਾਰਿਆ ਗਿਆ। ਇਸ ਤੋਂ ਜੋ ਅੱਗੇ ਇਤਿਹਾਸ ਹੈ ਉਹ ਆਪਾਂ ਗੁਰਮੁਖੋ ਮਹਾਰਾਜ ਜੀ ਨੇ ਜੇ ਕੀਤੀ ਕਿਰਪਾ ਕੱਲ੍ਹ ਦੇ ਦੀਵਾਨਾਂ 'ਚ ਕਰਾਂਗੇ ਸਰਵਣ। ਹੋਈਆਂ ਗਲਤੀਆਂ ਦੀ ਖਿਮਾ, ਅਗਲਾ ਪ੍ਰੋਗਰਾਮ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗੱਜ ਕੇ ਫਲਾਓ ਬੁਲਾਓ ਫਤਿਹ ਰਸਨਾ ਨੂੰ ਕਰੋ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।